ਜਿਹੜੀ ਕਾਰਪੋਰੇਸ਼ਨ ਹੈ ਉਹ ਕਾਂਗਰਸ ਦੀ ਹੈ, ਜਿਹੜੇ ਮੇਅਰ ਸਾਹਿਬ ਨੇ ਉਹ ਵੀ ਕਾਂਗਰਸ ਦੇ। ਜਿੰਨੇ ਵੀ ਸਾਡੇ ਭਰਾ ਕੱਚੇ ਹੈਗੇ ਆ ਉਹਨਾਂ ਸਾਰਿਆਂ ਨੂੰ ਪੱਕਾ ਕਰ ਦਿੱਤਾ ਜਾਵੇ। ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਉਹਨਾਂ ਦੇ ਹੱਕ ਦੇ ਵਿੱਚ ਉੱਥੇ ਸਾਈਨ ਕਰ ਦਿੱਤੇ ਸੀ। ਪਰ ਇਹਨਾਂ ਬੰਦਿਆਂ ਨੇ 3 ਮਹੀਨੇ ਉਹ ਜਿਹੜੀਆਂ ਫਾਈਲਾਂ ਆਈਆਂ ਇੱਧਰ ਉੱਧਰ ਕਰਦੇ ਰਹੇ। ਇਹ ਜਿੰਨੇ ਵੀ ਕਾਉਂਸਲਰ ਨੇ ਸਭ ਦੀ ਸਮੱਸਿਆ ਆ। ਸਾਡਾ ਇੱਕੋ ਇੱਕ ਫਰਜ਼ ਹੈ ਕਿ ਜਿਹੜਾ ਸਿਸਟਮ ਉਹਨੂੰ ਚੰਗੀ ਤਰ੍ਹਾਂ ਇੱਕ ਲੀਹ 'ਤੇ ਲੈ ਕੇ ਆਈਏ। ਪਰ ਮੈਂ ਪੁੱਛਣਾ ਚਾਹੁੰਦਾ ਵੀ ਜਿਹੜੇ 2 ਮੇਅਰ ਨੇ ਉਹ ਕਾਹਦੇ ਲਈ ਰੱਖੇ, ਉਹਨਾਂ ਦੇ ਕਮਰੇ ਵੀ ਬੰਦ ਰਹਿੰਦੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਤੁਹਾਡਾ ਦੋਸਤ ਗੋਬਿੰਦਜੀਤ ਸਿੰਘ। ਅੱਜ ਪਹਿਲੀ ਵਾਰੀ ਤੁਹਾਨੂੰ ਇੱਕ ਬੇਨਤੀ ਅਪੀਲ ਕਰਨ ਲੱਗੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਜੀ। ਜੇਕਰ ਤੁਸੀਂ ਪੰਜਾਬ ਦੇ ਵਾਸੀ ਹੋ, ਜੇਕਰ ਤੁਸੀਂ ਦੇਸ਼ ਦੇ ਵਾਸੀ ਹੋ, ਜਾਂ ਭਾਰਤ ਤੁਹਾਡੀ ਪਿੱਠ ਭੂਮੀ ਹੈ, ਤੁਹਾਡੀ ਜਨਮ ਭੂਮੀ ਹੈ, ਤਾਂ ਤੁਸੀਂ ਜੇ ਵਿਦੇਸ਼ ਦੀ ਧਰਤੀ ਦੇ ਉੱਤੇ ਵੀ ਰਹਿੰਦੇ ਹੋ ਤਾਂ ਜ਼ਿੰਮੇਵਾਰੀ ਸਮਝ ਕੇ ਵੀਡੀਓ ਸ਼ੇਅਰ ਕਰ ਦਿਓ। ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਬਣੀ, ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਹੋਈ ਤੇ ਬਹੁਤ ਸਮਾਂ ਵੀ ਹੋ ਗਿਆ। ਹੁਣ ਗੱਲਬਾਤ ਅੱਜ ਕਰਾਂਗੇ ਸਫਾਈ ਵਿਵਸਥਾ ਦੀ। ਸ਼ਹਿਰ ਹੁਸ਼ਿਆਰਪੁਰ ਦੀ ਸਫਾਈ ਵਿਵਸਥਾ ਜਿਹੜੀ ਹੈ ਚਰਮਰਾ ਚੁੱਕੀ ਹੈ। ਦਾਅਵੇ ਵੱਡੇ ਵੱਡੇ ਕੀਤੇ ਗਏ ਸੀ, ਵਾਅਦੇ ਵੱਡੇ ਵੱਡੇ ਕੀਤੇ ਗਏ ਸੀ ਤੇ ਹੁਸ਼ਿਆਰਪੁਰ ਤੋਂ ਵਿਧਾਇਕ ਤੇ ਮੰਤਰੀ ਸਾਹਿਬ ਨੇ ਵੀ ਕਿਹਾ ਸੀ ਕਿ ਉਹਨਾਂ ਦੀ ਪਹਿਲ ਜਿਹੜੀ ਹੈ, ਜਿੱਤਣ ਤੋਂ ਪਹਿਲਾਂ ਟਿਕਟ ਮਿਲਣ ਵੇਲੇ ਉਹਨਾਂ ਨੇ ਗੱਲ ਕਹੀ ਸੀ ਕਿ ਪਹਿਲ ਜਿਹੜੀ ਉਹਨਾਂ ਦੀ ਸੁਪਨਾ ਜਿਹੜਾ ਆ ਸੁਰੱਖਿਆ ਤੇ ਸਿਹਤ ਦੇ ਵਿੱਚ ਸੁਧਾਰ ਜਿਹੜਾ ਦੇਖਣ ਨੂੰ ਮਿਲੇਗਾ। ਪਰ ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਇਲਾਕਿਆਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉੱਥੇ ਹੀ ਸਰਕਾਰੀ ਕਾਲਜ ਦੀਆਂ ਤਸਵੀਰਾਂ ਸਾਡੀ ਤਕਨੀਕੀ ਟੀਮ ਨੇ ਸ਼ੁਰੂਆਤ ਦੇ ਵਿੱਚ ਵੀ ਦਿਖਾ ਦਿੱਤੀਆਂ ਹੋਣਗੀਆਂ ਤੇ ਵਿੱਚ ਵਿਚਾਲੇ ਵੀ ਸਾਡੀ ਤਕਨੀਕੀ ਟੀਮ ਕੋਸ਼ਿਸ਼ ਕਰੇਗੀ ਕਿ ਤੁਹਾਨੂੰ ਨਾਲ ਦ੍ਰਿਸ਼ ਜਿਹੜੇ ਚੱਲਦੇ ਹੋਏ ਦਿਖਾਵਾਂਗੇ। ਸਰਕਾਰੀ ਕਾਲਜ ਗੌਰਮੈਂਟ ਕਾਲਜ ਹੁਸ਼ਿਆਰਪੁਰ ਮਸ਼ਹੂਰ ਹੈ, ਜਿੱਥੋਂ ਮਹਾਨ ਵੱਡੀਆਂ ਹਸਤੀਆਂ ਵਿਸ਼ਵ ਪੱਧਰ ਤੇ ਜਿਨ੍ਹਾਂ ਨੇ ਨਾਮਣਾ ਖੱਟਿਆ ਇਸ ਕਾਲਜ ਤੋਂ ਪੜ੍ਹ ਕੇ ਗਈਆਂ ਨੇ। ਤੁਸੀਂ ਸਰਚ ਵੀ ਕਰਿਓ ਗੂਗਲ ਦੇ ਉੱਤੇ ਗੌਰਮੈਂਟ ਕਾਲਜ ਹੁਸ਼ਿਆਰਪੁਰ ਦਾ ਇਤਿਹਾਸ। ਉਸ ਕਾਲਜ ਦੇ ਗੇਟ ਦੇ ਬਿਲਕੁਲ ਨਾਲ ਕੰਧ ਦੇ ਬਾਹਰ ਕੂੜੇ ਦੇ ਵੱਡੇ ਢੇਰ ਲੰਬੇ ਸਮੇਂ ਤੋਂ ਪਏ ਹੋਏ ਨੇ। ਬਦਬੂ ਆ ਰਹੀ ਹੈ, ਮੱਖੀਆਂ ਭਿਨਭਿਨਾ ਰਹੀਆਂ ਨੇ। ਬਦਬੂ ਜਿਹੜੀ ਆ ਸਹਿਣ ਨਹੀਂ ਹੋ ਰਹੀ। ਵਿਦਿਆਰਥੀ ਆਪਣਾ ਉਜਵਲ ਭਵਿੱਖ ਦੇ ਸੁਪਨੇ ਲੈ ਕੇ ਪੜ੍ਹਨ ਆਉਂਦੇ ਨੇ, ਪਰ ਮੂੰਹ ਤੇ ਹੱਥ ਰੱਖ ਕੇ ਮਜਬੂਰਨ ਉਹਨਾਂ ਨੂੰ ਕਾਲਜ ਦੇ ਅੰਦਰ ਪੜ੍ਹਨ ਜਾਣਾ ਵੀ ਪੈਂਦਾ ਤੇ ਉੱਥੋਂ ਗੁਜ਼ਰਨਾ ਵੀ ਪੈਂਦਾ। ਰਾਹਗੀਰਾਂ ਨੂੰ ਮੁਸ਼ਕਲਾਂ ਮੁਸ਼ੱਕਤਾਂ ਆ ਰਹੀਆਂ ਨੇ। ਤੇ ਦੂਜੇ ਪਾਸੇ ਇਸ ਬਾਬਤ ਅਸੀਂ ਹੁਸ਼ਿਆਰਪੁਰ ਦੇ ਮੇਅਰ ਸਾਹਿਬ ਨਾਲ ਕਈ ਵਾਰੀ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਸ਼ਾਇਦ ਉਹਨਾਂ ਦੇ ਕੋਲ ਸਮਾਂ ਨਹੀਂ ਸੀ। ਅਸੀਂ ਉਹਨਾਂ ਦੇ ਦਫ਼ਤਰ ਜਾ ਕੇ ਦੇਖਿਆ, ਦਫ਼ਤਰ ਦੇ ਵਿੱਚ ਵੀ ਉਹਨਾਂ ਦੀ ਕੁਰਸੀ ਜਿਹੜੀ ਉਹ ਖਾਲੀ ਪਾਈ ਗਈ ਤੇ ਕਮਰੇ ਦੇ ਬਾਹਰ ਤੈਨਾਤ, ਨਾਮ ਨਹੀਂ ਅਸੀਂ ਲਵਾਂਗੇ, ਇੱਕ ਸ਼ਖਸ ਨੂੰ ਤਕਲੀਫ ਇੰਨੀ ਕੁ ਹੋ ਗਈ ਕਿ ਉਹਨਾਂ ਨੇ ਇੱਥੋਂ ਤੱਕ ਕਹਿ ਤਾ ਕਿ ਕੋਈ ਨਹੀਂ ਤੁਹਾਨੂੰ ਦੇਖ ਲਵਾਂਗੇ। ਖੈਰ, ਉਹਨਾਂ ਨੇ ਜੋ ਸਾਨੂੰ ਦੇਖਣਾ ਉਹਨਾਂ ਨੂੰ ਸਿਰ ਮੱਥੇ ਜੀਆਂ ਆ। ਲੋਕ ਇੰਤਜ਼ਾਰ ਕਰਦੇ ਰਹਿੰਦੇ ਨੇ। ਮੇਅਰ ਸਾਹਿਬ ਜਿਹੜੇ ਨੇ ਉਹਨਾਂ ਕੋਲ ਸਮਾਂ ਨਹੀਂ ਜਵਾਬ ਦੇਣ ਦਾ, ਸ਼ਾਇਦ ਉਹਨਾਂ ਕੋਲ ਕੋਈ ਜਵਾਬ ਨਹੀਂ, ਇਸ ਕਰਕੇ ਉਹ ਕੈਮਰੇ ਅੱਗੇ ਆਉਣਾ ਨਹੀਂ ਚਾਹੁੰਦੇ। ਗੱਲਬਾਤ ਕਰਦੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਤੇ ਸਿਆਸਤ ਦੇ ਵਿੱਚ ਡੂੰਘਾ ਲੰਬਾ ਤਜਰਬਾ ਜਿਹੜਾ ਜਸਪਾਲ ਸਿੰਘ ਚੇਤੀ ਦੇ ਕੋਲ ਆ, ਸਾਡੇ ਨਾਲ ਮੌਜੂਦ ਨੇ। ਜਾਣਦੇ ਆ ਭਾਜੀ, ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਬੁਰੇ ਹਾਲ ਹੋ ਗਏ, ਗੰਦਗੀ 4 ਚਫੇਰੇ, ਭੰਗੀ ਚੋ ਭਰ ਗਿਆ, ਪਿੱਪਲਾਂ ਵਾਲਾ ਡੰਪ, ਪੁਰਾਣੀਆਂ ਸਮੱਸਿਆ ਵੀ ਆ, ਕੁਛ ਨਵੀਆਂ ਵੀ ਆ। ਕਿੱਦਾਂ ਦੇਖਦੇ ਹੋ? ਇਹ ਸਾਰਾ ਕਾਂਗਰਸ ਸਰਕਾਰ ਦਾ ਹੀ ਕਸੂਰ ਹੈਗਾ, ਕਿਉਂਕਿ ਜਿਹੜੀ ਕਾਰਪੋਰੇਸ਼ਨ ਹੈ ਉਹ ਕਾਂਗਰਸ ਦੀ ਹੈ, ਜਿਹੜੇ ਮੇਅਰ ਸਾਹਿਬ ਨੇ ਉਹ ਵੀ ਕਾਂਗਰਸ ਦੇ ਨੇ। ਅਤੇ ਤੁਸੀਂ ਇਸ ਗੱਲ ਨੂੰ ਭਲੀ ਭਾਂਤੀ ਜਾਣਦੇ ਆ ਕਿ ਇਹਨਾਂ ਦੀਆਂ ਜਿਹੜੀਆਂ ਗਲਤ ਕਾਰਗੁਜ਼ਾਰੀਆਂ ਸੀ, ਜਿਨ੍ਹਾਂ ਕਰਕੇ ਸਾਡੇ ਸਫਾਈ ਸੇਵਕ ਜਿਹੜੇ ਭਰਾ ਆ ਉਹਨਾਂ ਨੂੰ ਇਹ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹਨਾਂ ਬੰਦਿਆਂ ਨੇ ਪਹਿਲਾਂ ਹੁਣ ਜਿਹੜੀ ਕਾਰਪੋਰੇਸ਼ਨ ਸੀ ਇਹ ਕਾਂਗਰਸ ਦੀ ਸੀ। ਵੋਟਾਂ ਤੋਂ ਪਹਿਲਾਂ ਇਹਨਾਂ ਨੇ ਇੱਕ ਇੱਦਾਂ ਦਾ ਕੰਮ ਕੀਤਾ ਕਿ ਜਿੱਦਣ ਕੋਡ ਆਫ ਕੰਡਕਟ ਲੱਗਣਾ ਸੀ ਉਹ ਤੋਂ ਪੂਰੇ ਇਹਨਾਂ ਨੇ ਸੇਮ ਉਸੀ ਡੇ ਮੇਅਰ ਸਾਹਿਬ ਨੇ ਮੀਟਿੰਗ ਬੁਲਾ ਲਈ। ਉਹ ਬੰਦਿਆਂ ਨੂੰ ਕਾਲ ਕਰ ਦਿੱਤੀ ਕਿ ਅੱਜ ਤੁਹਾਡੀ ਜਿਹੜੀ ਆ ਤੁਹਾਨੂੰ ਇੰਪਾਇੰਟਮੈਂਟ ਲੈਟਰ ਜਿਹੜੇ ਆ ਉਹ ਤੁਹਾਨੂੰ ਦਿੱਤੇ ਜਾਊਗੇ। ਪਰ ਜਦੋਂ ਬੰਦਿਆਂ ਨੇ ਆ ਕੇ ਪੁੱਛਿਆ ਵੀ ਇਹ ਇੰਪਾਇੰਟਮੈਂਟ ਲੈਟਰ ਸਾਨੂੰ ਦੇ ਦਿਓ, ਅਤੇ ਉਹਨਾਂ ਨੇ ਜਵਾਬ ਇਹ ਦਿੱਤਾ ਕਿ ਜੀ ਹੁਣ ਤਾਂ ਕੋਡ ਆਫ ਕੰਡਕਟ ਲੱਗ ਗਿਆ, ਕਿ ਜਦੋਂ ਨਵੀਂ ਸਰਕਾਰ ਆਊਗੀ ਉਦੋਂ ਹੀ ਤੁਹਾਡੇ ਜਿਹੜੇ ਕੰਮ ਆ ਉਹ ਸਿਰੇ ਚੜ੍ਹੂਗਾ। ਇਹਨਾਂ ਦੇ ਦਿਮਾਗ 'ਚ ਇਹ ਸੀਗਾ ਕਿ ਇਹਨਾਂ ਨੇ ਜਿਹੜੇ 5 ਸਾਲ ਆ ਕਾਂਗਰਸ ਸਰਕਾਰ ਨੇ ਕੁਛ ਕੀਤਾ ਨਹੀਂ ਸੀਗਾ। ਹੁਣ ਇਹਨਾਂ ਨੇ ਇੱਕ ਬਹਾਨਾ ਲੱਭਿਆ ਕਿ ਇਹ ਖਿੱਚ ਤੋਂ ਕਿ ਆਪਾਂ ਲੰਬਾ ਸਮਾਂ ਕੱਢ ਲਈ। 2.5-3 ਮਹੀਨੇ ਆਪਾਂ, ਮੈਂ ਤੇ ਸਾਡੇ ਜਿਹੜੇ ਮਾਨਯੋਗ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਜੀ, ਉਹਨਾਂ ਨੇ ਤੇ ਅਸੀਂ ਦੋਨਾਂ ਨੇ ਜਦੋਂ
ਹਾਊਸ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ ਬਕਾਇਦਾ ਅਸੀਂ ਮਤਾ ਪਾਸ ਕਰ ਦਿੱਤਾ ਸੀਗਾ ਕਿ ਜਿਹੜੇ ਸਾਡੇ ਸਫਾਈ ਸੇਵਕ ਭਰਾ ਨੇ, ਸੀਬਰੇਮੈਨ ਨੇ, ਚਾਹੇ ਉਹ ਆਊਟਸੋਰਸਿਸ ਦੇ, ਚਾਹੇ ਉੱਥੇ ਕੰਮ ਕਰ ਰਹੇ, ਜਿੰਨੇ ਵੀ ਸਾਡੇ ਭਰਾ ਕੱਚੇ ਹੈਗੇ ਆ, ਉਹਨਾਂ ਸਾਰਿਆਂ ਨੂੰ ਪੱਕਾ ਕਰ ਦਿੱਤਾ ਜਾਵੇ। ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਉਹਨਾਂ ਦੇ ਹੱਕ ਦੇ ਵਿੱਚ ਉੱਥੇ ਸਾਈਨ ਕਰ ਦਿੱਤੇ ਸੀ। ਪਰ ਇਹਨਾਂ ਬੰਦਿਆਂ ਨੇ 3 ਮਹੀਨੇ ਉਹ ਜਿਹੜੀਆਂ ਫਾਈਲਾਂ ਆਈਆਂ ਇੱਧਰ ਉੱਧਰ ਕਰਦੇ ਰਹੇ। ਇਹ ਚਾਹੁੰਦੇ ਸੀਗੇ ਕਿ ਸਾਡੀ ਕਾਂਗਰਸ ਦੀ ਸਰਕਾਰ ਆਣੀ ਆ ਤੇ ਆਪਾਂ ਜਿਹੜੀ ਵਾਹ ਖੱਟਾਂਗੇ ਜਦੋਂ ਇਹਨਾਂ ਬੰਦਿਆਂ ਨੂੰ ਅਸੀਂ ਅਪਾਇੰਟਮੈਂਟ ਲੈਟਰ ਦਾਂਗੇ। ਪਰ ਉਲਟ ਬਿਲਕੁਲ ਕਿ ਜਿਹੜੇ ਬੰਦੇ ਮਿਹਨਤੀ ਸੀਗੇ, ਆਮ ਲੋਕਾਂ ਦਾ ਦਰਦ ਪਛਾਣਦੇ ਸੀ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਜਿਹੜੀ ਕਿ ਆਮ ਲੋਕਾਂ ਦੀ ਸਰਕਾਰ ਸੀਗੀ। ਮੇਅਰ ਸਾਹਿਬ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ? ਅਸੀਂ ਵਾਰ-ਵਾਰ ਫੋਨ ਦੇ ਉੱਤੇ ਉਹਨਾਂ ਨਾਲ ਸੰਪਰਕ ਕੀਤਾ, ਕਦੇ ਉਹਨਾਂ ਨੇ ਇੱਕ ਵਾਰੀ ਫੋਨ ਚੱਕਿਆ, ਉਹ ਕਹਿੰਦੇ ਮੈਂ ਮੀਟਿੰਗ ਦੇ ਵਿੱਚ ਆ, ਦੂਜੀ ਵਾਰੀ ਫੋਨ ਅੱਜ ਕੀਤਾ, ਕੱਲ੍ਹ ਫੋਨ ਕੀਤਾ ਸੀ, ਅੱਜ ਫੋਨ ਕੀਤਾ, ਉਹਨਾਂ ਨੇ ਫੋਨ ਕੱਟ ਦਿੱਤਾ। ਅਸੀਂ ਦਫ਼ਤਰ ਜਾ ਕੇ ਕਾਫੀ ਦੇਰ ਇੰਤਜ਼ਾਰ ਵੀ ਕੀਤਾ, ਬਹੁਤ ਸਾਰੇ ਲੋਕ ਆਏ ਹੋਏ ਸੀ ਜਿਨ੍ਹਾਂ ਦਾ ਕਹਿਣਾ ਸੀ ਕਿ 15-15 ਮਿੰਟ ਦਾ ਸਮਾਂ ਜਿਹੜਾ ਦੇਈ ਜਾਂਦੇ ਨੇ ਤੇ ਮੇਅਰ ਸਾਹਿਬ ਹਲੇ ਆਏ ਨਹੀਂ। ਕੈਮਰੇ ਦੇ ਅੱਗੇ ਬੋਲਣ ਦੀ ਅਸੀਂ ਗੱਲ ਕੀਤੀ ਕਿ ਤੁਸੀਂ ਕੈਮਰੇ ਤੇ ਆ ਕੇ ਆਪਣਾ ਜੇ ਕੋਈ ਦਰਦ ਦੱਸਣਾ ਚਾਹੋ ਤਾਂ ਉਹਨਾਂ ਨੇ ਕਿਹਾ ਸਾਡਾ ਕੰਮ ਜਿਹੜਾ ਹੈ ਉਹ ਕੰਮ ਸੁਭਾਵਿਕ ਹੈ, ਕਈ ਵਾਰੀ ਕੰਮ ਰੁਕ ਜਾਂਦੇ ਹੈ। ਤੇ ਲੋਕਾਂ ਨੇ ਕਿਹਾ ਵੀ ਨਹੀਂ ਅਸੀਂ ਬੋਲ ਨਹੀਂ ਸਕਦੇ, ਪਰ ਦੁਖਾਂਤ ਜ਼ਰੂਰ ਹੈ ਕਿ ਅਸੀਂ ਬੜੇ ਲੰਬੇ ਸਮੇਂ ਤੋਂ ਬੈਠੇ ਹੋਏ ਹਾਂ। ਜਦੋਂ ਅਸੀਂ ਕਿਉਂਕਿ ਇੱਕ ਪੱਤਰਕਾਰ ਹੈ, ਇੱਕ ਜ਼ਿੰਮੇਵਾਰ ਅਦਾਰੇ ਦੇ ਨਾਲ ਜੁੜੇ ਹੋਣ ਦੇ ਨਾਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਦਾ ਪੱਖ ਦਿਖਾਈਏ। ਵਾਰ-ਵਾਰ ਸੰਪਰਕ ਵੀ ਕੀਤਾ, ਅੰਦਰ ਅਸੀਂ ਵੀਡੀਓਗ੍ਰਾਫੀ ਕੀਤੀ, ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮੇਅਰ ਸਾਹਿਬ ਉੱਥੇ ਨਹੀਂ ਹੈਗੇ। ਖੈਰ ਉਹ ਕੰਮ ਦੇ ਵਿੱਚ ਵੀ ਹੋ ਸਕਦੇ ਨੇ, ਮੀਟਿੰਗ ਦੇ ਵਿੱਚ ਵੀ ਹੋ ਸਕਦੇ ਨੇ, ਕਿਉਂਕਿ ਸਾਡੇ ਉਹਨਾਂ ਨਾਲ ਨਿੱਜੀ ਮਫਾਦ, ਨਿੱਜੀ ਵਿਵਾਦ ਕੋਈ ਨਹੀਂ ਉਹਨਾਂ ਦੇ ਨਾਲ। ਉਹਨਾਂ ਦੇ ਬਾਹਰ ਕਮਰੇ ਦੇ ਤੈਨਾਤ ਨੌਜਵਾਨ ਭਾਈ ਸਾਹਿਬ ਨੂੰ ਬੜੀ ਤਕਲੀਫ ਹੋਈ ਕਿ ਤੁਸੀਂ ਕਿਉਂ ਆਏ ਆ, ਕੀ ਗੱਲ ਆ, ਤੁਸੀਂ ਵੀਡੀਓਗ੍ਰਾਫੀ ਨਹੀਂ ਕਰ ਸਕਦੇ। ਮੇਅਰ ਸਾਹਿਬ ਮਰਜ਼ੀ ਨਾਲ ਆਉਣਗੇ, ਹਾਲਾਂਕਿ ਔਨ ਕੈਮਰਾ ਤਾਂ ਨਹੀਂ ਬੋਲੇ, ਪਰ ਆਫ ਕੈਮਰਾ ਉਹਨਾਂ ਨੇ ਆਪਣੀ ਤਕਲੀਫ ਕਾਫੀ ਜ਼ਾਹਰ ਕੀਤੀ। ਕਿੱਦਾਂ ਦੇਖਦੇ ਹੋ ਇਹ ਮਸਲੇ ਹੱਲ ਕਿੱਦਾਂ ਹੋਣੇ ਆ? ਤੇ ਮੇਅਰ ਸਾਹਿਬ ਦੇ ਕੋਲ ਸਮਾਂ ਹੀ ਨਹੀਂ, ਕਿ ਉਹਨਾਂ ਕੋਲ ਜਵਾਬ ਨਹੀਂ ਤਾਂ ਨਹੀਂ ਕੈਮਰੇ ਅੱਗੇ ਆ ਰਹੇ, ਜਾਂ ਉਹਨਾਂ ਕੋਲ ਸਮਾਂ ਨਹੀਂ? ਤੁਸੀਂ ਕੋਈ ਕੌਂਸਲਰ ਹੋ, ਨੇੜੇ ਤੋਂ ਜਾਣਦੇ ਹੋ। ਇਹ ਤੁਹਾਡੀ ਇਕੱਲੀ ਸਮੱਸਿਆ ਨਹੀਂ ਹੈਗੀ, ਇਹ ਜਿੰਨੇ ਵੀ ਕੌਂਸਲਰ ਨੇ ਸਭ ਦੀ ਸਮੱਸਿਆ ਆ। ਉਸ ਤੋਂ ਬਾਅਦ ਜਿੰਨੇ ਵੀ ਹੁਸ਼ਿਆਰਪੁਰ ਦੇ ਵਾਸੀ ਆ, ਉਹਨਾਂ ਸਾਰਿਆਂ ਦੀ ਕੁੱਲ ਮਿਲਾ ਕੇ ਇਹੀ ਪ੍ਰੋਬਲਮ ਹੈ ਕਿ ਮੇਅਰ ਸਾਹਿਬ ਉੱਥੇ ਨਹੀਂ ਮਿਲਦੇ। ਦੋਨੋਂ ਜਿਹੜੇ ਸੀਨੀਅਰ ਡਿਪਟੀ ਮੇਅਰ ਨੇ, ਉਹ ਦੋਨੋਂ ਹੀ ਮੇਅਰ ਜਿਹੜੇ ਆ ਉੱਥੇ ਨਹੀਂ ਪਾਏ ਜਾਂਦੇ। ਜਦੋਂ ਵੀ ਤੁਸੀਂ ਕਿਤੇ ਜਾਣਾ ਆ ਉਹ ਨਹੀਂ ਮਿਲਦੇ। ਉਹਨਾਂ ਦੇ ਜਦੋਂ ਦੀ ਕਾਂਗਰਸ ਸਰਕਾਰ ਹਾਰੀ ਆ, ਉਦੋਂ ਤੋਂ ਬਾਅਦ ਉਹਨਾਂ ਦੇ ਜਿਹੜੇ ਕਮਰਿਆਂ ਨੂੰ ਜਿਹੜੇ ਜਿੰਦੇ ਆ ਉਹ ਪੱਕੇ ਲੱਗੇ ਆ। ਉਹਨਾਂ ਦਾ ਪਤਾ ਨਹੀਂ ਹੁਣ ਮਨ ਨਹੀਂ ਕਰਦਾ ਆਣੇ ਦੇ ਲਈ। ਜਦੋਂ ਇਹਨਾਂ ਦੇ ਕੀ ਹੁਸ਼ਿਆਰਪੁਰ 'ਚ ਜਿੰਨੇ ਵੀ ਕੌਂਸਲਰ ਨੇ, ਅਗਰ ਕੋਈ ਉਹਨਾਂ ਨੂੰ ਬੰਦੇ ਕੋਈ ਕੰਮ ਦੱਸਦੇ ਕਿ ਆਹ ਕੰਮ ਸਾਡਾ ਕਰ ਦਿਓ, ਕਿ ਉਹ ਬੰਦਿਆਂ ਦਾ ਜਵਾਬ ਇੱਕ ਆਉਂਦਾ ਜੀ ਸਾਡੀ ਸਰਕਾਰ ਇੰਨੀ, ਨਾ ਸਾਡੀ ਪੰਜਾਬ 'ਚ ਸਰਕਾਰ ਹੈ, ਨਾ ਸਾਡੀ ਸੈਂਟਰ 'ਚ ਸਰਕਾਰ ਹੈ, ਹੁਣ ਤਾਂ ਤੁਸੀਂ ਜੀ ਉਹਨਾਂ ਤੋਂ ਹੀ ਕੰਮ ਕਰਾ ਲਓ। ਅਤੇ ਜਿਹੜੇ ਲੋਕੀ ਆ ਪਛਤਾ ਰਹੇ ਨੇ ਉਹਨਾਂ ਨੂੰ ਵੋਟਾਂ ਪਾ ਕੇ। ਪਰ ਆਮ ਆਦਮੀ ਪਾਰਟੀ ਹਮੇਸ਼ਾ ਉਹਨਾਂ ਦੀ ਸੇਵਾ ਦੇ ਲਈ ਹਾਜ਼ਰ ਆ। ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਪੂਰੀ ਤਰ੍ਹਾਂ ਉਹਨਾਂ ਨੇ 4 ਵਾਰੀ ਉਹ MC ਵੀ ਰਹੇ ਆ ਅਤੇ ਹੁਣ ਉਹ MLA ਵੀ ਨੇ। ਅਗਰ ਤੁਹਾਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਅਗਰ ਤੁਸੀਂ ਮੇਅਰ ਸਾਹਿਬ ਨੂੰ ਮਿਲਣਾ ਚਾਹੋ, ਉਹ ਨਹੀਂ ਮਿਲ ਸਕਦੇ। ਅਗਰ ਤੁਸੀਂ MLA ਸਾਹਿਬ ਨੂੰ, ਮੰਤਰੀ ਸਾਹਿਬ ਨੂੰ ਚਾਹੋ ਤਾਂ ਤੁਸੀਂ ਜਦੋਂ ਵੀ ਕਹੋ ਨਾ, ਉਹ ਤੁਹਾਡੇ ਨਾਲ ਫੋਨ 'ਤੇ ਗੱਲ ਵੀ ਕਰੂਗੇ ਅਤੇ ਜਦੋਂ ਤੁਹਾਡਾ ਮਨ ਕਰੇ ਤੁਸੀਂ ਉਹਨਾਂ ਨੂੰ ਮਿਲ ਵੀ ਸਕਦੇ ਆ। ਅਗਰ ਉਹ ਇੱਥੇ ਹੋਣਗੇ ਤਾਂ ਇੱਥੇ ਰੈਸਟ ਹਾਊਸ 'ਚ ਮਿਲੂਗੇ, ਜਿੱਥੇ ਤੁਸੀਂ ਕਹੋਗੇ ਉੱਥੇ ਮਿਲ ਲੂਗੇ। ਅਗਰ ਉਹਨਾਂ ਕੋਲ ਸਮਾਂ ਹੋਵੇ ਤੁਸੀਂ ਚੰਡੀਗੜ੍ਹ ਵੀ ਜਾ ਕੇ ਉਹਨਾਂ ਨੂੰ ਮਿਲ ਸਕਦੇ। ਜਿਹੜਾ ਕੰਮ ਆ ਤੁਹਾਡਾ ਪਹਿਲ ਦੇ ਆਧਾਰ 'ਤੇ ਹੋਊਗਾ, ਕਿਉਂਕਿ ਇੱਕੋ ਹੀ ਇੱਕ ਮਕਸਦ ਸੀਗਾ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਦਾ ਕਿ ਲੋਕਾਂ ਨੇ ਮੈਨੂੰ MC ਤੋਂ MLA ਬਣਾਤਾ। ਸਾਹਿਬ ਇਹ ਤਾਂ ਮੈਂ ਗੱਲ ਤੁਹਾਡੇ ਨਾਲ ਐਗਰੀ ਕਰਦਾ, ਮੰਨਦਾ। ਤੁਸੀਂ ਨਿੱਜੀ ਤੌਰ ਦੇ ਉੱਤੇ ਸਮਾਂ ਕੱਢ ਕੇ ਲੋਕਾਂ ਦੇ ਕੰਮ ਕਰਵਾਉਂਦੇ ਰਹਿੰਦੇ ਹੋ। ਹਾਲਾਂਕਿ ਸਿਆਸਤਦਾਨ ਮੈਂ ਨਾਂ ਨਹੀਂ ਲੈ ਰਿਹਾ, ਸਿਆਸਤਦਾਨਾਂ ਨੂੰ ਮਿਲਣਾ ਇੰਨਾ ਸੁਖਾਲਾ ਨਹੀਂ ਹੁੰਦਾ। ਤੁਸੀਂ ਇੱਦਾਂ ਦੀ ਕੋਈ ਗੱਲ ਨਹੀਂ ਹੈ। ਹਜੇ ਤਾਂ ਸਿਰਫ 50-55 ਦਿਨ ਸਰਕਾਰ ਨੂੰ ਹੋਏ ਆ, ਸਾਰੇ ਪੂਰੇ 5 ਸਾਲ ਪਏ ਨੇ। ਕਿਉਂਕਿ ਇਹ ਜਿਹੜਾ 70-75 ਸਾਲ ਦਾ ਇੱਕ ਮੈਲਾ ਕੱਪੜਾ ਇਹ ਆਮ ਆਦਮੀ ਪਾਰਟੀ ਨੂੰ ਮਿਲ ਗਿਆ, ਉਹਨੂੰ ਕਾਫੀ ਵਾਰ ਸਾਬਣ ਲਗਾਉਣਾ ਪੈਣਾ, ਫਿਰ ਕਿਤੇ ਧੁੰਦਲਾ। ਪੂਰਾ ਸਿਸਟਮ ਹੈ ਇਹ, ਜਿਹੜਾ ਸਿਸਟਮ ਦੇ ਵਿੱਚ ਪੂਰਾ ਸਮਝਣ ਨੂੰ, ਸਿਸਟਮ ਦੇ ਵਿੱਚ ਲੋਕਾਂ ਨੂੰ ਲੈ ਕੇ ਆਉਣ ਦੇ ਵਿੱਚ ਇਹ ਬਹੁਤ ਸਾਰਾ ਸਮਾਂ ਲੱਗਣਾ ਆ। ਪਰ ਮੈਂ ਇੱਕੋ ਇੱਕ ਬੇਨਤੀ ਕਰਦਾ ਹੁਸ਼ਿਆਰਪੁਰ ਦੇ ਵਾਸੀਆਂ ਨੂੰ, ਪੰਜਾਬ ਦੇ ਵਾਸੀਆਂ ਨੂੰ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਉਹਨਾਂ ਦਾ ਸਟ੍ਰੈਟੇਜੀ ਹੈ, ਸਾਡਾ ਜਿਹੜਾ ਕੰਮ ਕਰਨ ਦੀ ਤਰੀਕਾ ਆ, ਤੁਸੀਂ ਉਹਦਾ ਸਾਥ ਦਿਓ। ਅਸੀਂ ਇੱਕ ਮੁਲਕ ਦੇ ਬੰਦੇ ਆ, ਅਸੀਂ ਪੰਜਾਬ ਨੂੰ ਬਚਾਉਣਾ ਆ। ਸਾਡਾ ਇੱਕੋ ਇੱਕ ਫਰਜ਼ ਹੈ ਕਿ ਜਿਹੜਾ ਸਿਸਟਮ ਉਹਨੂੰ ਚੰਗੀ ਤਰ੍ਹਾਂ ਇੱਕ ਲੀਹ 'ਤੇ ਲੈ ਕੇ ਆਈਏ। ਕਿਉਂਕਿ ਇਹ ਜਿਹੜੇ ਕਰਪਟ ਮੰਤਰੀ ਨੇ, ਮੌਜੂਦਾ ਮੰਤਰੀ ਸੀਗੇ ਜਿਹੜੇ ਇੱਥੇ, ਉਹਨਾਂ ਨੇ ਵੀ ਤੁਹਾਡੇ ਸਾਹਮਣੇ ਕਿੰਨੇ ਘਪਲੇ ਹੋਏ ਆ। ਹੁਸ਼ਿਆਰਪੁਰ ਦੇ ਵਿੱਚ ਪਤਾ ਨਹੀਂ ਕਿੱਡੇ ਉਹਨਾਂ ਨੇ ਵਾਅਦੇ ਕੀਤੇ ਸੀ, ਸਮਾਰਟ ਸਿਟੀ ਜੇ ਉਹ, ਪਤਾ ਨਹੀਂ ਕੁਛ ਵੀ ਨਹੀਂ ਇੱਥੇ ਹੋਇਆ। ਹੁਸ਼ਿਆਰਪੁਰ ਦੇ ਵਾਸੀਆਂ ਨੂੰ ਕੁਛ ਨਹੀਂ ਮਿਲਿਆ। ਸਿਰਫ ਉਹਨਾਂ ਨੂੰ ਇੱਕ ਹੀ ਹੋਇਆ ਕਿ ਜੀ ਹੁਸ਼ਿਆਰਪੁਰ ਦਾ ਮੰਤਰੀ ਸੀ ਉਹ ਕਰਪਟ ਨਿਕਲਿਆ ਅਤੇ ਉਹਨੂੰ ਆਪਣੇ ਸਮੇਂ ਤੋਂ 6 ਮਹੀਨੇ ਪਹਿਲਾਂ ਉਤਾਰ ਦਿੱਤਾ ਗਿਆ ਉਹਦੇ ਅਹੁਦੇ ਤੋਂ। ਇਸ ਮੈਂ ਤੁਹਾਡੀ ਗੱਲ ਦੇ ਨਾਲ ਗੱਲ ਜੋੜਾਂ। ਤੁਸੀਂ ਸਾਬਕਾ ਜਿਹੜੇ ਆ ਸਿਆਸਤਦਾਨ ਉਹਨਾਂ ਦੀ ਵੀ ਗੱਲ ਕੀਤੀ, ਮੌਜੂਦਾ ਸਿਆਸਤਦਾਨਾਂ ਵੀ ਗੱਲ ਕੀਤੀ। ਕਦੇ ਵੀ ਜੀਤੀ ਸਾਹਿਬ ਸਿਆਸਤਦਾਨਾਂ ਨੂੰ ਜਿਹੜੇ ਉਹਨਾਂ ਦੇ ਘਰਾਂ ਨੂੰ ਜਾਂ ਦਫ਼ਤਰਾਂ ਨੂੰ ਜਾਣ ਵਾਲੇ ਮਾਰਗਾਂ 'ਤੇ ਸਾਨੂੰ ਕੂੜਾ ਦਿਖਾਈ ਨਹੀਂ ਦਿੰਦਾ।
ਗੰਦਗੀ ਦਿਖਾਈ ਨਹੀਂ ਦਿੰਦੀ। ਐਂ ਲੱਗਦਾ ਵੀ ਜਿਵੇਂ ਟੋਰਾਂਟੋ ਆ ਜਾਈਏ, ਥੋੜ੍ਹੀ ਦੇਰ ਭੁਲੇਖਾ ਪੈ ਜਾਂਦਾ, ਚਾਹੇ ਉਹ ਸਾਬਕਾ ਮੰਤਰੀ, ਸਾਰਿਆਂ ਦੀ ਮੈਂ ਗੱਲ ਕਰ ਰਿਹਾ ਇੱਥੇ, ਮੈਂ ਕੋਈ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰ ਰਿਹਾ। ਉਹਨਾਂ ਦੇ ਘਰਾਂ ਨੂੰ ਜਾਂਦੇ ਰਾਹ ਚਮਚਮਾਉਂਦੇ, ਭੁਲੇਖਾ ਪੈਂਦਾ ਨਾ, ਤੁਹਾਨੂੰ ਵੀ ਪੈਂਦਾ ਹੋਣਾ ਵੀ 2 ਮਿੰਟ ਦੇ ਲਈ ਸੋਚੀਏ ਤਾਂ ਬੰਦਾ ਕਹਿੰਦਾ ਯਾਰ ਚੰਡੀਗੜ੍ਹ ਤਾਂ ਨਹੀਂ ਆ ਗਏ, ਕਿਤੇ ਗਲਤ ਰਾਹ 'ਤੇ ਤਾਂ ਨਹੀਂ ਆ ਗਏ। ਆਮ ਲੋਕਾਂ ਨੂੰ ਸਫਾਈ, ਸੁਰੱਖਿਆ, ਸਿਹਤ ਦੇ ਨਾਲ ਜੁੜੇ ਮੁੱਦਿਆਂ ਦੇ ਨਾਲ ਕਦੋਂ ਤੱਕ ਜੂਝਣਾ ਪਏਗਾ? ਦੇਖੋ ਇੱਦਾਂ ਕਿ ਆਮ ਆਦਮੀ ਪਾਰਟੀ ਦੀ ਇੱਕੋ ਇੱਕ ਨੀਤੀ ਹੈ ਕਿ ਆਮ ਬੰਦੇ ਅਸੀਂ। ਤੁਸੀਂ ਸਾਡੇ ਬ੍ਰਹਮ ਸ਼ੰਕਰ ਜਿੰਪਾ ਜੀ ਦੇ ਘਰ ਜਾ ਕੇ ਦੇਖ ਸਕਦੇ, ਉੱਥੇ ਕੋਈ ਵੀ ਕਾਰਪੋਰੇਸ਼ਨ ਦਾ ਬੰਦਾ ਨਹੀਂ ਹੈਗਾ, ਕੋਈ ਵੀ ਸਰਕਾਰੀ ਅਦਾਰੇ ਦਾ ਉਹਨਾਂ ਨੇ ਕੋਈ ਬੰਦਾ ਪ੍ਰਾਈਵੇਟ ਨਹੀਂ ਰੱਖਿਆ। ਕਿਉਂਕਿ ਜਿੰਨੇ ਵੀ ਬੰਦੇ ਹੈਗੇ ਸਾਰੇ ਉਹਨਾਂ ਦੇ ਆਪਣੇ ਘਰ ਦੇ, ਕਿਉਂਕਿ ਅਸੀਂ ਇੱਕ ਆਮ ਆ। ਜਿੱਦਾਂ ਕਿ ਪਹਿਲੇ ਜਿਹੜੇ ਬੰਦੇ ਸੀ ਉਹਨਾਂ ਨੇ ਤਾਂ ਕਾਰਪੋਰੇਸ਼ਨ ਦੇ ਬੰਦੇ ਬਹੁਤ ਹੱਦ ਤੱਕ ਘਰਾਂ ਦੇ ਵਿੱਚ ਰੱਖੇ ਸੀਗੇ ਕਿ ਕੰਮ ਕਿੱਦਾਂ ਹੋਣਾ ਸੀਗਾ, ਕਿਉਂਕਿ ਕਦੇ ਕਿਤੇ ਬਗਾੜ ਪਾ ਦੇਣੀ, ਕਦੇ ਕਿਤੇ ਕੰਮ ਕਰ ਦੇਣਾ। ਕਿਉਂਕਿ ਹੁਸ਼ਿਆਰਪੁਰ ਦੇ ਵਾਸੀਆਂ ਨੂੰ ਇੱਕ ਗੰਦਗੀ ਦੇ ਢੇਰ ਮਿਲੇ ਆ, ਟੁੱਟੀਆਂ ਸੜਕਾਂ ਮਿਲੀਆਂ ਅਤੇ ਕੁਛ ਟਾਈਮ ਨੂੰ ਜਾਣੀ ਕਿ ਖਰਾਬ ਮਟੀਰੀਅਲ ਵਾਲੀਆਂ ਸੜਕਾਂ ਮਿਲੀਆਂ। ਅਤੇ ਹੁਣ ਜਿੰਨੀਆਂ ਵੀ ਸੜਕਾਂ ਬਣੀਆਂ ਨੇ, ਚਾਹੇ ਉਹ ਮੇਰੀ ਮੌਜੂਦਗੀ 'ਚ ਹੋਣ, ਚਾਹੇ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਦੀ ਮੌਜੂਦਗੀ 'ਚ ਹੋਣ, ਹੁਸ਼ਿਆਰਪੁਰ ਦੇ ਵਾਸੀ ਉਹਦੀ ਕ੍ਰੋਸ ਚੈਕਿੰਗ ਕਰ ਸਕਦੇ ਆ ਕਿ ਅਗਰ ਜਿੰਨੀਆਂ ਵੀ ਸੜਕਾਂ ਬਣੀਆਂ, ਮੈਂ ਸਰਕਾਰੀ ਗੇਜ ਦੇ ਨਾਲ ਉਹ ਚੈੱਕ ਕੀਤੀਆਂ। ਅਗਰ ਕਿਸੇ ਵੀ ਕਾਂਗਰਸ ਦੇ ਕੌਂਸਲਰ ਨੇ, ਕਿਸੇ ਵੀ MLA ਨੇ, ਕਿਸੇ ਵੀ MP ਨੇ, ਜਾਂ ਕਿਸੇ ਵੀ BJP ਦੇ ਕਿਸੇ ਵੀ ਇਹਨਾਂ ਤਿੰਨੋਂ ਹੀ ਕੈਟਾਗਰੀ ਦੇ ਮੰਤਰੀਆਂ ਨੇ, ਜਾਂ ਜਿਹੜੇ ਪ੍ਰਧਾਨ ਹੋਣ ਜਾਂ ਇਲੈਕਟਡ ਬੰਦੇ ਹੋਣ, ਉਹਨਾਂ ਨੇ ਉਹ ਸੜਕਾਂ ਚੈੱਕ ਕੀਤੀਆਂ ਹੁਣ, ਉਹਨਾਂ ਕੋਲ ਕੋਈ ਫੋਟੋ ਹੋਵੇ ਤਾਂ ਉਹ ਸੈਂਡ ਕਰ ਦੇਣ, ਅਤੇ ਜੋ ਕਹੋ ਉਹਨਾਂ ਨੂੰ ਉਹ ਨਾਮ ਦਾਂਗੇ। ਇਹਨਾਂ ਬੰਦਿਆਂ ਨੇ ਸਰਕਾਰੀ ਪ੍ਰਾਪਰਟੀ ਨੂੰ ਆਪਣਾ ਸਮਝਿਆ ਨਹੀਂ, ਇਹ ਲੋਕਾਂ ਦੇ ਟੈਕਸ ਇਕੱਠਾ ਕੀਤਾ ਜਿਹੜਾ ਆ ਉਹਨੂੰ ਸਮਝਿਆ ਨਹੀਂ। ਉਹਨਾਂ ਨੇ ਆਪਣੀ ਮਰਜ਼ੀ ਕੀਤੀ ਕਿ ਜਿੱਥੇ ਦਿਲ ਕਰਿਆ ਉੱਥੇ ਲਾ ਦਿੱਤਾ। ਪਰ ਆਮ ਆਦਮੀ ਪਾਰਟੀ ਜਿੱਥੇ ਸੋਚ ਸਮਝ ਕੇ ਕੰਮ ਕਰੂਗੀ ਅਤੇ ਲੋਕਾਂ ਦੇ ਹਿੱਤ ਦੇ ਲਈ ਹੀ ਕੰਮ ਕਰੂਗੀ। ਅੱਜ ਅਸੀਂ ਸਫਾਈ ਦੇ ਧੁਰੇ ਦੇ ਆਲੇ ਦੁਆਲੇ ਥੋੜ੍ਹੀ ਜਿਹੀ ਗੱਲ ਕਰ ਰਹੇ ਹਾਂ, ਕਿਉਂਕਿ ਸ਼ਹਿਰ ਦੇ ਵਿੱਚ ਗੰਦਗੀ ਬਹੁਤ ਜ਼ਿਆਦਾ ਹੋ ਗਈ। ਸਰਕਾਰ ਆਮ ਆਦਮੀ ਪਾਰਟੀ ਦੀ ਆ, ਮੰਤਰੀ ਤੇ ਵਿਧਾਇਕ ਸਾਡੇ ਸ਼ਹਿਰ ਤੋਂ ਪੰਡਿਤ ਬ੍ਰਹਮ ਸ਼ੰਕਰ ਜਿੰਪਾ ਨੇ। ਕਾਰਪੋਰੇਸ਼ਨ ਦੀ ਸਮੱਸਿਆ ਕੀ ਆ ਤੁਸੀਂ ਤਕਨੀਕੀ ਪੱਖ ਤੋਂ ਦੱਸ ਦਿੱਤਾ। ਤੁਸੀਂ ਕੌਂਸਲਰ ਵੀ ਹੋ, ਕੀ ਇਹਦਾ ਹੱਲ ਕੀ ਹੋ ਸਕਦਾ ਚੀਚੀ ਸਾਹਿਬ? ਕੀ ਕੋਈ ਕਾਨੂੰਨੀ ਰਸਤਾ ਨਹੀਂ ਇਖਤਿਆਰ ਕੀਤਾ ਜਾ ਸਕਦਾ? ਕੀ ਮੇਅਰ ਸਾਹਿਬ 'ਤੇ ਕੋਈ ਕਾਰਵਾਈ ਨਹੀਂ ਹੋ ਸਕਦੀ? ਕਿੱਦਾਂ ਇਹ ਸਿਸਟਮ ਸਾਰਾ ਹੱਲ ਕਿੱਦਾਂ ਹੋਣਾ? ਕਿਉਂਕਿ ਉਹਨਾਂ ਦੇ ਕੋਲ ਤਾਂ ਕੋਈ ਲੱਗਦਾ ਜਵਾਬ ਹੈ ਨਹੀਂ, ਅਤੇ ਇਹ ਸਾਰਾ ਸਿਸਟਮ ਤਾਣਾ ਬਾਣਾ ਠੀਕ ਕਿਵੇਂ ਹੋ ਸਕਦਾ? ਸ਼ਹਿਰ ਵਾਸੀਆਂ ਨੂੰ ਸਫਾਈ ਸ਼ਹਿਰ ਦੇ ਅੰਦਰ ਤੇ ਬਾਹਰ ਕਦੋਂ ਦੇਖਣ ਨੂੰ ਮਿਲ ਸਕਦੀ ਹੈ? ਰਾਹ ਕੀ ਹੈ, ਪ੍ਰੋਟੋਕੋਲ ਕੀ ਹੈ, ਕਾਨੂੰਨ ਕੀ ਆ? ਕਿਉਂਕਿ ਤੁਸੀਂ ਮਾਹਰ ਹੋ। ਪਹਿਲਾਂ ਤਾਂ ਜਿੰਨੇ ਵੀ ਕੌਂਸਲਰ ਉਹਨਾਂ ਨੂੰ ਇਹ ਮੰਨਣਾ ਪਊਗਾ ਕਿ ਹੁਸ਼ਿਆਰਪੁਰ ਸਾਡਾ ਸ਼ਹਿਰ ਹੈ। ਤੁਸੀਂ ਜੋ ਇਹ ਜਿਹੜੀ ਸਫਾਈ ਹੈ, ਜਦੋਂ ਕਿ ਥਾਂ ਥਾਂ ਕੂੜੇ ਦੇ ਡੰਪ ਲੱਗੇ ਨੇ, ਉੱਥੇ ਸਾਡਾ ਫਰਜ਼ ਬਣਦਾ। ਲੋਕਾਂ ਨੇ ਸਾਨੂੰ ਚੁਣਿਆ ਆ। ਤੁਸੀਂ ਆਮ ਲੋਕਾਂ ਨੂੰ ਇੱਕ ਅਪੀਲ ਵੀ ਕਰ ਸਕਦੇ, ਹੱਥ ਜੋੜ ਕੇ ਬੇਨਤੀ ਕਰ ਸਕਦੇ ਕਿ ਭਾਈ ਸਾਹਿਬ ਇੱਥੇ ਤੁਸੀਂ ਕੂੜਾ ਨਾ ਸਿੱਟੋ, ਕਿਉਂਕਿ ਜਿੱਥੇ ਜਿੱਥੇ ਲੋਕਾਂ ਦਾ ਮਨ ਕੀਤਾ ਉੱਥੇ ਉਹਨਾਂ ਨੇ ਕੂੜਾ ਸਿੱਟਿਆ। ਕਿਉਂਕਿ ਜਿਹੜਾ ਪੋਲੀਥੀਨ ਹੈ ਜਾਂ ਹੋਰ ਅਵਾਰਾ ਜਾਨਵਰ, ਸਭ ਤੋਂ ਜ਼ਿਆਦਾ ਮੈਂ ਪ੍ਰੋਟੈਸਟ ਕੀਤੇ ਜਿਹੜੇ ਕਿ ਕਾਰਪੋਰੇਸ਼ਨ ਦੇ ਜਾਣੀ ਕਿ ਵਿਰੋਧ ਦੇ ਵਿੱਚ ਮੈਂ ਅਵਾਰਾ ਜਾਨਵਰਾਂ ਦੇ ਲਈ ਕੀਤਾ। ਅਗਰ ਇਹਨਾਂ ਬੰਦਿਆਂ ਨੂੰ ਕਹੋ ਕਿ ਵੀ ਤੁਸੀਂ ਵੀ ਤੁਹਾਡੇ ਲਈ ਆਪਾਂ ਇੱਦਾਂ ਕੀਤਾ ਵੀ ਤੁਸੀਂ 1 ਸਾਲ ਦੇ ਵਿੱਚ ਕੁਛ ਨਹੀਂ ਕੀਤਾ, ਅਤੇ ਇਹਨਾਂ ਕੋਲ ਜਵਾਬ ਹੋਊਗਾ ਤੁਹਾਡੀ ਸਰਕਾਰ ਜਿਹੜੀ ਆਈ ਹੈ ਹੁਣ ਉਹ ਕਰਕੇ ਦਿਖਾਵੇ। ਸਾਡੀ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਅਸੀਂ ਤਾਂ ਕਰਕੇ ਦਿਖਾਵਾਂਗੇ, ਪਰ ਜਿਹੜਾ ਤੁਸੀਂ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਵੋਟਾਂ ਲਈਆਂ ਸੀ, ਉਹਦੇ ਵਿੱਚੋਂ ਦੱਸੋ ਤੁਸੀਂ ਕਿੱਥੇ ਖਰੇ ਉਤਰੇ? ਤੁਸੀਂ 43 ਤੁਹਾਡੇ MC ਸੀਗੇ, 4 BJP ਦੇ ਸੀ, 1 ਆਜ਼ਾਦ ਸੀ, 1 ਮੈਂ ਸੀਗਾ ਅਤੇ 1 ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਸੀ। ਅਸੀਂ 50 ਕੌਂਸਲਰ ਸੀ। ਸਭ ਤੋਂ ਜ਼ਿਆਦਾ ਮੀਟਿੰਗ ਦੇ ਵਿੱਚ ਮੈਂ ਅਤੇ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਬੋਲੇ, ਨਹੀਂ ਤਾਂ ਔਨ ਰਿਕਾਰਡ ਹੈ, ਤੁਸੀਂ ਚੈੱਕ ਕਰ ਸਕਦੇ ਆ ਕਿ ਹੁਸ਼ਿਆਰਪੁਰ ਦੇ ਵਾਸੀਆਂ ਦਾ ਜਿਹੜਾ ਦਰਦ ਹੈ ਅਸੀਂ ਬਿਆਨ ਕੀਤਾ ਹੋਊਗਾ। ਹੋਰ ਕਿਸੇ ਵੀ ਕੌਂਸਲਰ ਨੇ ਉੱਥੇ ਉਹ ਜਿਹੜਾ ਦਰਦ ਬਿਆਨ ਨਹੀਂ ਕੀਤਾ, ਕਿਉਂਕਿ ਇਹਨਾਂ ਲੋਕਾਂ ਨੂੰ ਲੱਗਦਾ ਨਹੀਂ, ਕਿਉਂਕਿ ਇਹਨਾਂ ਸਾਰੇ ਕੌਂਸਲਰ ਦੀ ਸੁਪਰਵਿਜ਼ਨ ਕੋਈ ਹੋਰ ਪਿੱਛੇ ਬੈਠਾ ਬੰਦਾ ਕਰਦਾ। ਮੇਅਰ ਸਾਹਿਬ ਦੀ ਵੀ ਸੁਪਰਵਿਜ਼ਨ ਕੋਈ ਪਿੱਛੇ ਬੈਠਾ ਬੰਦਾ। ਸਵਾਲ ਫਿਰ ਦੁਹਰਾਉਣ ਲੱਗਾ, ਤੁਸੀਂ ਕੌਂਸਲਰ ਹੋ, ਕੀ ਹੱਲ ਕੀ ਹੋ ਸਕਦਾ? ਕੋਈ ਕਾਨੂੰਨੀ ਰਸਤਾ ਇਖਤਿਆਰ ਕੀਤਾ ਜਾ ਸਕਦਾ? ਕਾਰਵਾਈ ਸਰਕਾਰ ਜਿਹੜੀ ਹੈ ਇਸ ਵੇਲੇ ਆਮ ਆਦਮੀ ਪਾਰਟੀ ਦੀ ਆ, ਕਿ ਹੱਲ ਕੀ ਹੋ ਸਕਦਾ ਕਿ ਮੇਅਰ ਸਾਹਿਬ ਜਿਹੜੀ ਨੀਂਦ ਆ ਉਹ ਖੁੱਲ੍ਹੇ ਅਤੇ ਸ਼ਹਿਰ ਦੇ ਅੰਦਰੋਂ ਤੇ ਬਾਹਰੋਂ ਜਿਹੜੇ ਕੂੜੇ ਦੇ ਢੇਰ ਆ ਜਿਹੜੇ ਹੌਲੀ ਹੌਲੀ ਛੋਟੀਆਂ ਪਹਾੜੀਆਂ ਦਾ ਰੂਪ ਧਾਰਨ ਕਰਨ ਲੱਗ ਗਏ? ਇਹ ਸ਼ਬਦ ਕਹਿ ਲਈਏ ਤਾਂ ਗਲਤ ਨਹੀਂ, ਕਿਉਂਕਿ ਭੰਗੀ ਚੋਹ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ, ਦਿਨ ਰਾਤ ਕੂੜੇ ਦੇ ਢੇਰ ਉੱਥੇ ਜਲ ਰਹੇ ਆ। ਸਫਾਈ ਸੇਵਕ ਜਿਹੜੇ ਆ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆਏ ਆ, ਨਿਭਾਉਣਗੇ, ਪਰ ਮੇਅਰ ਸਾਹਿਬ ਕਾਰਪੋਰੇਸ਼ਨ ਦੀ ਕਾਰਜ ਪ੍ਰਣਾਲੀ ਨੂੰ ਸੁਧਾਰ ਕਿੱਦਾਂ ਉਹਦੇ ਵਿੱਚ ਆਵੇ? ਕੀ ਕੀਤਾ ਜਾ ਸਕਦਾ? ਹੱਲ ਕੀ ਆ? ਕਿਉਂਕਿ ਕਾਂਗਰਸ ਸਰਕਾਰ ਤਾਂ ਭਾਜੀ ਬਿਲਕੁਲ ਹੁਣ ਖਤਮ ਹੋ ਗਈ ਆ। ਹੁਣ ਕਿਹੜੇ ਹੌਸਲੇ ਨਾਲ ਬੰਦਾ ਕੰਮ ਕਰੂਗਾ? ਸੈਂਟਰ 'ਚ ਵੀ ਤੁਹਾਡੇ ਸਾਹਮਣੇ ਹੀ ਆ, ਅਤੇ ਪੰਜਾਬ 'ਚ ਵੀ ਤੁਸੀਂ ਦੇਖ ਲਈ ਆ, ਹੁਸ਼ਿਆਰਪੁਰ ਦਾ ਵੀ ਤੁਸੀਂ ਹਾਲ ਦੇਖ ਲਿਆ। ਅਸਲ ਵਿੱਚ ਨਾ ਕੰਮ ਕਰਨ ਦਾ ਹੁਣ ਜਿਹੜਾ ਹਿੰਮਤ ਜੀ ਸੀ ਉਹ ਟੁੱਟ ਗਈ ਆ, ਕਿਉਂਕਿ ਕਾਂਗਰਸ ਦੇ ਕਿਸੇ ਵੀ ਪਾਸੇ ਸ਼੍ਰੀ ਦੂਸਰੇ ਆਪਣੇ ਨਵਜੋਤ ਸਿੱਧੂ ਜੀ, ਉਹਨਾਂ ਨੂੰ 1 ਸਾਲ ਦੇ ਲਈ ਉਹਨਾਂ ਨੂੰ ਸਜ਼ਾ ਹੋ ਗਈ ਹੈ ਨਾ। ਇੱਦਾਂ ਜਿਹੜੇ ਮਾੜੇ ਕਰਮ ਕੀਤੇ ਉਹਨਾਂ ਦੀ ਸਜ਼ਾ ਤਾਂ ਉਹਨਾਂ ਨੂੰ ਜ਼ਰੂਰ ਮਿਲੂਗੀ। ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਕਿ ਜਿਹੜੇ ਬੰਦੇ ਚੰਗੀ ਨਿਸ਼ਠਾ ਦੇ ਨਾਲ ਕੰਮ ਕਰੂਗੇ ਉਹਨਾਂ ਦਾ ਇੱਥੇ ਵੀ ਭਲਾ ਹੋਊਗਾ ਅਤੇ ਭਗਵਾਨ ਦੇ ਘਰ ਜਾ ਕੇ ਭਲਾ ਹੋਊਗਾ। ਲੋਕਾਂ ਨੇ ਤੁਹਾਡੇ ਨਾਲ, ਜੇ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਆ, ਅਤੇ ਤੁਸੀਂ ਹੁਸ਼ਿਆਰਪੁਰ ਦੇ ਵਾਸੀਆਂ ਦੀ ਜਿਹੜੀ ਦਰਦ ਆ ਉਹਨੂੰ ਦੂਰ ਕਰਨਾ ਇਹਨਾਂ ਸਾਰੇ ਬੰਦਿਆਂ ਦਾ ਫਰਜ਼ ਆ। ਤੁਸੀਂ ਜਿਹੜੀ ਸਫਾਈ ਦੀ ਗੱਲ ਕਰ
ਰਹੇ ਹਾਂ। ਅਸੀਂ ਮੇਅਰ ਸਾਹਿਬ ਨੂੰ ਮੈਂ ਪਤਾ ਨਹੀਂ ਕਿੰਨੀ ਵਾਰੀ ਜਾਣ ਦੀ ਕੋਸ਼ਿਸ਼ ਕੀਤੀ, ਉੱਥੇ ਸਾਨੂੰ ਨਹੀਂ ਮਿਲਦੇ। ਅੱਛਾ, ਇਹ ਗੱਲ ਤਾਂ ਮੰਨਦੇ ਹੋ, ਸਾਨੂੰ ਲੱਗਾ ਕਿ ਸ਼ਾਇਦ ਸਾਨੂੰ ਹੀ ਨਹੀਂ ਮਿਲੇ ਮੇਅਰ ਸਾਹਿਬ, ਕਿਸੇ ਨੂੰ ਵੀ ਨਹੀਂ ਮਿਲਦੇ ਮੇਅਰ ਸਾਹਿਬ, ਚਾਹੇ ਕੌਂਸਲਰ ਆ, ਚਾਹੇ ਆਮ ਬੰਦਾ, ਚਾਹੇ ਖਾਸ ਬੰਦਾ। ਨਹੀਂ, ਉਹ ਨਹੀਂ ਜੀ ਮਿਲਦੇ। ਉਹ ਪਾਰਟੀਕੂਲਰ ਜਿਹੜੇ ਆਪਣੇ ਕੌਂਸਲਰ ਹੈ ਉਹਨਾਂ ਨੂੰ ਹੀ ਮਿਲਦੇ। ਉਹ ਮੈਨੂੰ ਲੱਗਦਾ ਫੋਨ ਵੀ ਉਹਨਾਂ ਦਾ ਚੱਕਦੇ ਜਿਹੜਾ ਨੰਬਰ ਉਹਨਾਂ ਕੋਲ ਸੇਵ ਹੋਵੇ, ਜਾਂ ਜਿਹੜੀ ਪਰਚੀ ਉਹਨਾਂ ਦੇ ਕੋਲ ਬਾਈ ਨੇਮ ਜਾਵੇ ਕਿ ਫਲਾਣਾ ਤੁਹਾਡੇ ਨਜ਼ਦੀਕੀ ਬੰਦਾ ਹੈ ਜਾਂ ਕਿਸੇ ਦਾ ਨਾਮ ਰეკਮੈਂਡ, ਮੈਨੂੰ ਲੱਗਦਾ ਉਹਨੂੰ ਹੀ ਮਿਲਦੇ ਹੋਣ, ਕਿਉਂਕਿ ਸਾਨੂੰ ਨਹੀਂ ਮਿਲੇ, ਤੁਹਾਨੂੰ ਨਹੀਂ ਮਿਲੇ, ਲੋਕ ਵੀ ਵਿਚਾਰੇ ਉੱਥੇ ਜਿਹੜੇ ਖੱਜਲ ਖਵਾਰ ਹੋ ਰਹੇ ਸੀ। ਮੰਨ ਲਿਆ ਕਿ ਮੇਅਰ ਸਾਹਿਬ ਨੂੰ ਜ਼ਰੂਰੀ ਕੰਮ ਹੈ, ਹੋ ਸਕਦਾ ਸਾਡੇ ਤੋਂ, ਚਲੋ ਸਾਡੇ ਕੋਲ ਇੱਕ ਬਾੜ, ਉਹਨਾਂ ਕੋਲ 50 ਬਾੜ, ਹੋਰ ਵੀ ਆਫੀਸ਼ੀਅਲੀ ਬੜੇ ਕੰਮ ਹੋ ਸਕਦੇ। ਪਰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਜਿਹੜੇ ਤੁਹਾਡੇ ਤੋਂ ਇਲਾਵਾ 2 ਮੇਅਰ ਨੇ, ਉਹ ਕਾਹਦੇ ਲਈ ਤੁਸੀਂ ਚੁਣੇ? ਚੇਅਰਮੈਨ ਸਾਹਿਬ ਉਹ ਆਪਣੇ ਆਪਣੇ ਕਮਰੇ 'ਚ ਬੈਠਣ। ਜੇ ਕਿਸੇ ਬੰਦੇ ਨੇ ਕੋਈ ਦੁੱਖ ਤਕਲੀਫ ਦੱਸਣੀ ਹੈ, ਕਿਹਨੂੰ ਦੱਸੂਗਾ? ਇੱਕ ਮੈਨੂੰ ਦੱਸਣੀ ਚਾਹੁੰਦਾ ਵੀ ਚਲੋ ਮੇਅਰ ਸਾਹਿਬ ਨੂੰ ਕੰਮ ਪੈ ਗਿਆ ਜੀ, ਕਿਤੇ ਵੀ ਉਹਨਾਂ ਸ਼ਹਿਰ 'ਚ ਵੀ ਰਹਿਣਾ ਪੈਂਦਾ, ਬਾਹਰ ਵੀ ਜਾਣਾ, ਬਹੁਤ ਵੱਡਾ ਅਦਾਰਾ, ਉਹਨਾਂ ਨੂੰ ਬਿਜੀ ਹੋ ਗਏ। ਪਰ ਮੈਂ ਪੁੱਛਣਾ ਚਾਹੁੰਦਾ ਵੀ ਜਿਹੜੇ 2 ਮੇਅਰ ਨੇ ਉਹ ਕਾਹਦੇ ਲਈ ਰੱਖੇ? ਉਹਨਾਂ ਦੇ ਕਮਰੇ ਵੀ ਬੰਦ ਰਹਿੰਦੇ। ਉਹ ਜੇ ਆ ਕੇ ਦੇਖਣ ਤਾਂ ਲੋਕਾਂ ਦਾ ਦਰਦ ਤਾਂ ਹੀ ਦੂਰ ਹੋਊਗਾ ਅਗਰ ਕੋਈ ਗੱਲ ਸੁਣੋਗੇ। ਕਾਰਪੋਰੇਸ਼ਨ ਦੇ ਵਿੱਚ ਨਕਸ਼ਿਆਂ ਦੇ ਲਈ ਤੁਸੀਂ ਜਾ ਕੇ ਦੇਖੋ, 250 ਦੇ ਕਰੀਬ ਜਿਹੜੇ ਮੈਪ ਆ ਉਹ ਪੈਂਡਿੰਗ ਪਏ ਆ। ਜਿਨ੍ਹਾਂ ਬੰਦੇ ਪੁੱਛੋ ਜੀ ਮੇਰੀ ਆਈਡੀ ਨਹੀਂ ਬਣੀ, ਚੰਡੀਗੜ੍ਹੋਂ ਜਾ ਕੇ ਠੀਕ ਹੋਊਗੀ, ਉਹ ਪਹਿਲੇ ਉਹ ਚੰਡੀਗੜ੍ਹ ਵਾਲਿਆਂ ਨੂੰ ਪੁੱਛ ਲਓ ਕਿ ਜੀ ਇਹ ਸਾਡੇ ਜਿਹੜੇ ਜੀ ਇਹ ਪਹਿਲਾਂ ਇਹ ਜਿਹੜੇ ਕਲੀਅਰ ਹੋ ਗਏ ਨਕਸ਼ੇ ਤਾਂ ਨਵੀਂ ਆਈਡੀ ਮਿਲੂਗੀ। ਇਸੇ ਚੱਕਰ ਦੇ ਵਿੱਚ ਲੋਕੀ ਜਿੱਥੋਂ ਸਰਕਾਰ ਨੂੰ ਆਮਦਨ ਹੋਣੀ ਆ ਉੱਥੋਂ ਹੀ ਕਾਰਪੋਰੇਸ਼ਨ ਦੇ ਅਧਿਕਾਰੀ ਪੈਸੇ ਨਹੀਂ ਫੜਦੇ। ਪੈਸੇ ਤਾਂ ਹੀ ਨਹੀਂ ਫੜਦੇ ਕਿਉਂਕਿ ਉਹਨਾਂ ਦੇ ਉੱਪਰ ਕੋਈ ਮਾਸਟਰ ਹੈ ਨਹੀਂ, ਉਹਨਾਂ ਦੀ ਕੋਈ ਸੁਪਰਵਿਜ਼ਨ ਕਰਨ ਵਾਲਾ ਬੰਦਾ ਹੈ ਨਹੀਂ। ਲੋਕੀ ਕਿਹਨੂੰ ਦੱਸੂਗੇ? ਕਮਿਸ਼ਨਰ ਸਾਹਿਬ ਉਹ ਨਹੀਂ ਉੱਥੇ ਹੈਗੇ, ਠੀਕ ਹੈ, ਉਹਨਾਂ ਕੋਲ ਐਡੀਸ਼ਨਲ ਚਾਰਜ ਹੈ ਡਿਪਟੀ ਕਮਿਸ਼ਨਰ ਸਾਹਿਬ ਕੋਲ। ਹੁਣ ਉਹ ਡੀਸੀ ਸਾਹਿਬ ਆਪਣਾ ਦੇਖਣ ਕਿ ਕਾਰਪੋਰੇਸ਼ਨ ਦੇਖਣ, ਕਿਉਂਕਿ ਜਦੋਂ ਤੱਕ ਪੱਕਾ ਕੋਈ ਕਾਰਪੋਰੇਸ਼ਨ ਦਾ ਯਾਨੀ ਕਿ ਕਮਿਸ਼ਨਰ ਸਾਹਿਬ ਨਹੀਂ ਮਿਲਦੇ ਉਦੋਂ ਤੱਕ ਪੱਕਾ ਇਹ ਕੰਮ ਨਹੀਂ ਹੋਣਾ। ਕਿਉਂਕਿ ਜੇ ਪਤਾ ਤਾਂ ਲੱਗੂਗਾ, ਦੁੱਖ ਦਰਦ ਸਰਕਾਰ ਨੂੰ ਤਾਂ ਪਤਾ ਲੱਗੂਗਾ ਅਗਰ ਮੇਅਰ ਸਾਹਿਬ ਮੋਹਰੇ ਹੋ ਕੇ ਕਹਿਣ ਕਿ ਜੀ ਸਾਨੂੰ ਕਮਿਸ਼ਨਰ ਸਾਹਿਬ ਦੀ ਜ਼ਰੂਰਤ ਹੈ ਤੇ ਆਪ ਅਗਰ ਉੱਥੇ ਬੈਠਣ। ਅਗਰ ਉਹਨਾਂ ਨੇ ਆਪ ਉੱਥੇ ਬੈਠਣਾ ਨਹੀਂ, ਸਰਕਾਰ ਨੇ ਇੰਨੀਆਂ ਸਹੂਲਤਾਂ ਦੇਤੀਆਂ, ਇੰਨੀਆਂ ਸਹੂਲਤਾਂ ਦੇਣ ਦੇ ਬਾਵਜੂਦ ਵੀ ਤੁਸੀਂ ਹੁਸ਼ਿਆਰਪੁਰ ਦੇ ਬੰਦਿਆਂ ਦਾ ਦੁੱਖ ਦਰਦ ਨਹੀਂ ਸਮਝ ਸਕਦੇ ਕਿ ਮੈਂ ਕਹਿੰਦਾ ਵੀ ਸਾਨੂੰ ਇਹ ਜਿਹੜੀ ਡਿਊਟੀ ਤੁਹਾਨੂੰ ਮਿਲੀ ਉਹਨੂੰ ਛੱਡ ਦੇਣਾ ਚਾਹੀਦਾ। ਬਿਲਕੁਲ ਚੇਚੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਤੁਹਾਡਾ ਤੁਸੀਂ ਰੁਕੋਗੇ, ਆਪਾਂ ਤੁਹਾਡੇ ਨਾਲ ਜਾਂਦੇ ਜਾਂਦੇ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਕੁਝ ਹੋਰ ਸਵਾਲਾਤ ਇਹ ਸਨ ਜਸਪਾਲ ਸਿੰਘ ਚੇਚੀ, ਕੌਂਸਲਰ ਨੇ ਆਮ ਆਦਮੀ ਪਾਰਟੀ ਤੋਂ, ਸਮਾਜ ਸੇਵਕ ਨੇ, ਲੋਕਾਂ ਤੱਕ ਸਰਕਾਰੀ ਸਹੂਲਤਾਂ ਪਹੁੰਚਣ, ਸਮਾਜ ਸੇਵਾ ਦੇ ਨਾਲ ਜੁੜੇ ਹੋਏ ਨੇ। ਸਰਕਾਰੀ ਨੀਤੀਆਂ ਜਿਹੜੀਆਂ ਨੇ, ਬਹੁਤ ਸਾਰੀਆਂ ਅਜਿਹੀਆਂ ਸਕੀਮਾਂ ਜਿਨ੍ਹਾਂ ਬਾਰੇ ਆਮ ਨਾਗਰਿਕਾਂ ਨੂੰ, ਆਮ ਬਾਸ਼ਿੰਦਿਆਂ ਨੂੰ, ਮੱਧ ਵਰਗ ਨੂੰ ਜਾਂ ਗਰੀਬ ਪਰਿਵਾਰਾਂ ਨੂੰ ਨਹੀਂ ਪਤਾ ਹੁੰਦਾ, ਉਹ ਸਹੂਲਤਾਂ ਲੋਕਾਂ ਤੱਕ ਪਹੁੰਚਾਉਣ ਦੇ ਲਈ ਤਤਪਰ ਰਹਿੰਦੇ ਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਗੰਦਗੀ ਘਟਣ ਦੀ ਬਜਾਏ, ਜਿਹੜੇ ਗੰਦਗੀ ਦੇ ਢੇਰ ਹੈਗੇ ਆ, ਪਲਾਸਟਿਕ ਦੇ ਢੇਰ ਘਟਣ ਦੀ ਬਜਾਏ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਨੇ। ਬਾਜ਼ਾਰਾਂ ਦੇ ਵਿੱਚ, ਅੰਦਰੂਨੀ ਇਲਾਕਿਆਂ ਦੇ ਵਿੱਚ, ਬਾਹਰੀ ਇਲਾਕਿਆਂ ਦੇ ਵਿੱਚ, ਸੜਕਾਂ ਦੇ ਕਿਨਾਰਿਆਂ ਦੇ ਉੱਤੇ ਨਾਜਾਇਜ਼ ਕਬਜ਼ੇ ਵੱਧਦੇ ਜਾ ਰਹੇ ਨੇ, ਜਿਸ ਕਰਕੇ ਟ੍ਰੈਫਿਕ ਦੀ ਸਮੱਸਿਆ ਦਿਨ ਪ੍ਰਤੀ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਟ੍ਰੈਫਿਕ ਪੁਲਿਸ ਦੇ ਕੋਲ ਟ੍ਰੈਫਿਕ ਕੰਟਰੋਲ ਕਰਨ ਦਾ ਜਿਹੜਾ ਆ ਕੰਮ ਹੁੰਦਾ ਹੈ, ਕੰਮ ਕੀਤਾ ਵੀ ਜਾ ਰਿਹਾ, ਪਰ ਦੂਜੇ ਪਾਸੇ ਸੜਕਾਂ ਦੇ ਕਿਨਾਰਿਆਂ ਦੇ ਉੱਤੇ ਨਜਾਇਜ਼ ਕਬਜ਼ੇ ਵੀ ਨੇ, ਜਿਸ ਕਰਕੇ ਜਾਮ ਲੱਗਦੇ ਨੇ। ਹੱਲ ਜਿਹੜਾ ਕਿਸੇ ਮਹਿਕਮੇ ਕੋਲ ਵੀ ਠੋਸ ਨਜ਼ਰ ਨਹੀਂ ਆਉਂਦਾ। ਚੇਚੀ ਸਾਹਿਬ ਨੇ ਗੱਲ ਕੀਤੀ ਹੈ ਕਿ ਜੇਕਰ ਕੰਮ ਕਰਨ ਦੀ ਨੀਅਤ ਹੋਵੇ ਤਾਂ ਕੰਮ ਸਿਰੇ ਚੜਾਇਆ ਜਾ ਸਕਦਾ। ਜੇਕਰ ਕੰਮ ਕਰਨ ਦਾ ਮਨ ਹੀ ਨਹੀਂ, ਜੇਕਰ ਇਸ ਸ਼ਹਿਰ ਨੂੰ, ਇਸ ਦੇਸ਼ ਨੂੰ, ਇਸ ਸੂਬੇ ਨੂੰ ਆਪਣਾ ਸਮਝਣਾ ਹੀ ਨਹੀਂ, ਤਾਂ ਫਿਰ ਕੰਮ ਕਰਨ ਦੀ ਨੀਤ ਕਿੱਥੋਂ ਹੋਵੇਗੀ। ਮੇਅਰ ਸਾਹਿਬ ਸਾਨੂੰ ਨਹੀਂ ਮਿਲੇ, ਫਿਰ ਤੋਂ ਦੁਹਰਾ ਦੇਵਾਂ ਕਿ ਸਾਡੀ ਉਹਨਾਂ ਦੇ ਨਾਲ ਨਿੱਜੀ ਵਿਵਾਦ ਜਾਂ ਮਸਲਾ ਕੋਈ ਨਹੀਂ, ਪਰ ਚੇਚੀ ਸਾਹਿਬ ਨੇ ਦੱਸਿਆ ਕਿ ਉਹ ਕੌਂਸਲਰਾਂ ਨੂੰ ਵੀ ਨਹੀਂ ਮਿਲਦੇ, ਫਿਰ ਸਾਨੂੰ ਮਿਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਫਿਲਹਾਲ ਦੇ ਲਈ ਕੈਮਰਾ ਪਰਸਨ ਕਮਲ ਪਟੂਆ ਦੇ ਨਾਲ ਮੈਨੂੰ ਯਾਨੀ ਗੋਬਿੰਦਜੀਤ ਸਿੰਘ ਨੂੰ ਦਿਓ ਇਜਾਜ਼ਤ। ਸ਼ੇਅਰ ਵੀ ਕਰ ਦਿਓ, ਕਮੈਂਟ ਕਰਕੇ ਆਪਣੀਆਂ ਟਿੱਪਣੀਆਂ ਵੀ ਜਿਹੜੀਆਂ ਆ ਜ਼ਰੂਰ ਕਰਨਾ। ਇਜਾਜ਼ਤ ਮੰਗਦੇ ਆ। ਜਲਦੀ ਤੁਸੀਂ ਜੁੜੇ ਰਹੋ D5 ਚੈਨਲ ਪੰਜਾਬੀ ਦੇ ਨਾਲ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।